ਗੁੱਡ ਮਾਰਨਿੰਗ ਸਟੂਡੈਂਟ। ਮੈਂ ਮੋਨਿਕਾ ਮਹਿਤਾ, ਸਾਇੰਸ ਮਿਸਟਰ GSS ਲੋਗੜਾ। ਅੱਜ ਤੁਹਾਨੂੰ NTSC ਦਾ ਸੈਟ ਪੇਪਰ ਸਾਇੰਸ ਚੈਪਟਰ ਨੰਬਰ 2 ਗ੍ਰੈਵੀਟੇਸ਼ਨਲ ਕਰਾ ਰਹੇ ਹਾਂ। ਠੀਕ ਹੈ, ਇਹਦੇ ਵਿੱਚ ਥਿਊਰੀ ਪਾਰਟ ਅਤੇ 35 MCQs ਫਸਟ ਪਾਰਟ 1 ਵੀਡੀਓ 'ਚ ਕਰਾਏ ਜਾਣਗੇ ਔਰ 35 ਨੈਕਸਟ 'ਚ ਔਰ ਐਕਸਰਸਾਈਜ਼ 2 ਤੁਸੀਂ ਖੁਦ ਪ੍ਰੈਕਟਿਸ ਕਰੋਗੇ। ਇੱਦਾਂ ਕਰਕੇ ਤੁਸੀਂ ਆਪਣੀ ਪ੍ਰੈਕਟਿਸ ਕਰਕੇ ਉਸ ਤੋਂ ਬਾਅਦ ਇੱਕ ਹੋਮਵਰਕ ਅਟੈਂਡ ਕਰੋਗੇ। ਦੈਨ ਲੈਸਨ ਹੈਗਾ ਗ੍ਰੈਵੀਟੇਸ਼ਨ। ਯੂਨੀਵਰਸਲ ਗ੍ਰੈਵੀਟੇਸ਼ਨ ਅਸੀਂ ਅਰਥ 'ਤੇ ਸਟੈਂਡ ਕਰ ਰਹੇ ਹਾਂ, ਕਿਉਂ? ਡਿਊ ਟੂ ਗ੍ਰੈਵਿਟੀ। ਠੀਕ ਹੈ, ਗੁਰਤਾਕਰਸ਼ਣ ਦੇ ਕਰਕੇ। ਤਾਂ ਇਹਦੇ ਲਈ ਯੂਨੀਵਰਸਲ ਲਾ ਆਫ ਗ੍ਰੈਵੀਟੇਸ਼ਨ ਹੈਗਾ, ਕੋਈ ਵੀ ਦੋ ਓਬਜੈਕਟਸ, ਠੀਕ ਹੈ, A ਅਤੇ B, ਜਿਨ੍ਹਾਂ ਦੇ ਵਿੱਚ ਡਿਸਟੈਂਸ ਕਿੰਨੀ ਹੈ, D ਹੈਗੀ ਹੈ, ਤਾਂ ਇਹਨਾਂ ਦੇ ਉੱਤੇ ਲੱਗ ਰਹੀ ਫੋਰਸ ਜੋ ਹੈ ਇਹਨਾਂ ਦੇ ਮਾਸ 'ਤੇ ਡਿਪੈਂਡ ਕਰੇਗੀ ਔਰ ਇਨਵਰਸਲੀ ਪ੍ਰਪੋਰਸ਼ਨਲ ਟੂ ਦੀ ਡਿਸਟੈਂਸ ਬਿਟਵੀਨ ਦੈਮ। ਕੰਬਾਈਨਿੰਗ ਦੀਸ ਟੂ ਇਕੁਏਸ਼ਨ ਆਲਰੇਡੀ ਥਿਊਰੀ, ਠੀਕ ਹੈ, ਕੀਤੀ ਹੋਈ ਹੈ ਸਭ ਨੇ, ਤਾਂ ਦਿਸ ਇਜ਼ ਓਨਲੀ ਏ ਰੈਪੀਟੀਸ਼ਨ। ਤਾਂ F ਇਕੁਅਲ ਟੂ GM ਸਮਾਲ m ਅਪੋਨ D ਸਕੇਅਰ। ਤਾਂ ਇਹ ਫੋਰਸ ਜਿਹੜੀ ਹੈਗੀ ਇਨਵਰਸਲੀ ਪ੍ਰਪੋਰਸ਼ਨਲ ਹੋਏਗੀ। G ਦੀ ਵੈਲਿਊ ਅਸੀਂ ਕੱਢਣੀ ਹੈਗੀ ਹੈ, ਤਾਂ ਇੱਧਰ FD ਸਕੇਅਰ M ਅਪੋਨ M ਨਿਊਟਨ 'ਚ, ਮੀਟਰ ਸਕੇਅਰ 'ਚ। ਵੇਟ ਕੀ ਹੁੰਦਾ KG, ਉੱਪਰ ਜਾ ਕੇ ਇਨਵਰਸ ਹੋ ਜਾਏਗਾ। ਤਾਂ G ਦੀ ਵੈਲਿਊ ਜੋ ਹੈ ਫਿਕਸ ਹੈਗੀ ਹੈ, ਗ੍ਰੈਵੀਟੇਸ਼ਨਲ ਕਾਂਸਟੈਂਟ ਕਹਿੰਦੇ ਆ। ਇਹਦੀ ਵੈਲਿਊ ਕਿੰਨੀ ਹੈ 6.73 10⁻11 ਨਿਊਟਨ ਮੀਟਰ ਸਕੇਅਰ ਪਰ KG ਸਕੇਅਰ SI ਯੂਨਿਟਸ ਹੈਗੀਆਂ ਇਹਦੀਆਂ। ਜਦੋਂ ਕੋਈ ਬੋਡੀ ਫਰੀਲੀ ਫਾਲਿੰਗ ਕਰ ਰਹੀ ਹੈ ਤਾਂ ਉਹਦੇ ਉੱਤੇ ਗ੍ਰੈਵਿਟੀ ਲੱਗੇਗੀ, ਉਸ ਟਾਈਮ A ਨੂੰ ਕੀ ਲਿਖ ਦੇਣਾ ਹੈ, G ਲਿਖ ਦੇਣਾ ਹੈ। F ਇਕੁਅਲ ਟੂ MA, ਤਾਂ ਉਸ ਟਾਈਮ ਅਸੀਂ ਕੀ ਕਰਾਂਗੇ, F ਇਕੁਅਲ ਟੂ MA, ਤਾਂ ਉਸ ਟਾਈਮ G ਲਿਖ ਦਾਂਗੇ। ਇੱਕ F ਕੀ ਹੈ GMM D ਸਕੇਅਰ ਔਰ R ਸਕੇਅਰ ਯੂ ਕੈਨ ਸੇ। ਤਾਂ ਲੈਫਟ ਸਾਈਡ ਇਕੁਅਲ ਹੈ, ਇਹਨਾਂ ਨੂੰ ਇਕੁਅਲ ਲਿਖ ਲਈਏ। ਤਾਂ G ਇਕੁਅਲ ਟੂ GM ਇਹ ਆ ਗਿਆ ਅਪੋਨ D ਸਕੇਅਰ। ਤਾਂ ਗ੍ਰੈਵੀਟੇਸ਼ਨਲ ਐਕਸਲਰੇਸ਼ਨ ਕੀ ਆ ਜਾਊਗਾ, ਇਹ ਗ੍ਰੈਵੀਟੇਸ਼ਨਲ ਕਾਂਸਟੈਂਟ ਫਿਕਸ ਹੈ, ਅਰਥ ਦਾ ਮਾਸ ਫਿਕਸ ਹੈ, ਡਿਸਟੈਂਸ ਬਿਟਵੀਨ ਪਲੈਨਟਸ ਐਂਡ ਅਰਥ ਫਿਕਸ ਹੋਏਗੀ। ਤਾਂ ਅਸੀਂ ਇਹਨੂੰ ਕੈਲਕੂਲੇਟ ਕਰ ਸਕਦੇ ਹੈਗੇ ਹਾਂ। ਜਿਵੇਂ R ਕੀ ਹੈ, ਰੇਡੀਅਸ ਆਫ ਦੀ ਅਰਥ ਲਿਆ ਹੈਗਾ, ਤਾਂ ਸਮਾਲ G ਦੀ ਵੈਲਿਊ ਕਿੰਨੀ ਆ ਜਾਏਗੀ 9.8 ਮੀਟਰ ਪਰ ਸਕਿੰਟ ਸਕੇਅਰ। ਇਹਨੂੰ ਰਾਊਂਡ ਆਫ ਕਰਕੇ 10 ਮੀਟਰ ਪਰ ਸਕਿੰਟ ਸਕੇਅਰ ਵੀ ਯੂਜ਼ ਕਰ ਸਕਦੇ ਹਾਂ। ਇਹ ਕੀ ਹੈ, ਐਕਸਲਰੇਸ਼ਨ ਹੈਗਾ, ਠੀਕ ਹੈ, ਡਿਊ ਟੂ ਗ੍ਰੈਵਿਟੀ ਦੇ ਕਰਕੇ ਐਕਸਲਰੇਸ਼ਨ ਇਹਨੂੰ ਕਹਿੰਦੇ ਹੈਗੇ ਆ, ਗ੍ਰੈਵਿਟੀ ਦੇ ਕਰਕੇ। ਉਦੋਂ ਬਾਅਦ ਮਾਸ ਕੀ ਹੈ, ਇੱਕ ਸਕੇਲਰ ਕੁਆਂਟਿਟੀ ਹੈ, ਮਾਸ ਅਤੇ ਵੇਟ ਦੇ ਵਿੱਚ ਡਿਫਰੈਂਸ ਦੱਸਿਆ। ਮਾਸ ਕੀ ਹੈ, ਮੈਗਨੀਚਿਊਡ ਹੋਏਗੀ, ਮਾਸ ਰਿਮੇਨਸ ਐਟ, ਹਰ ਇੱਕ ਜਗ੍ਹਾ 'ਤੇ ਮਾਸ ਕੀ ਹੈ, ਸੇਮ ਰਹੇਗਾ। ਮੀਨਸ ਜੋ ਤੁਹਾਡਾ ਮਾਸ ਹੈ ਬੋਡੀ ਦਾ, ਉਹੀ ਉਹ ਅਰਥ ਅਤੇ ਮੂਨ 'ਤੇ ਸੇਮ ਰਹੇਗਾ। ਮਾਸ ਆਫ ਬੋਡੀ ਕੈਨ ਬੀ ਵਿਦ ਦੀ ਹੈਲਪ ਆਫ 2 ਪੈਨ ਬੈਲੈਂਸ, ਠੀਕ ਹੈ, ਉਹਦੇ ਨਾਲ ਮਾਪ ਸਕਦੇ ਹਾਂ। ਬਟ ਵੇਟ ਕੀ ਹੁੰਦਾ, ਮਾਸ ਇੰਟੂ ਉਹਦੇ ਉੱਤੇ ਲੱਗ ਰਿਹਾ ਗ੍ਰੈਵੀਟੇਸ਼ਨਲ ਪੁੱਲ, ਠੀਕ ਹੈ, ਮਾਸ ਇੰਟੂ ਐਕਸਲਰੇਸ਼ਨ, ਤਾਂ ਉਹ ਕੀ ਆ ਜਾਏਗਾ, ਵੇਟ ਆ ਜਾਏਗਾ। ਵੇਟ ਕੀ ਹੈ, ਚੇਂਜੇਬਲ ਹੁੰਦਾ ਇੱਕ ਬੋਡੀ ਦਾ, ਕਿਉਂਕਿ ਗ੍ਰੈਵਿਟੀ ਜੋ ਹੈ, ਦੇਖੋ ਅਰਥ ਨੂੰ ਅਗਰ ਔਰਬਿਟਲ ਨੂੰ ਐਲਿਪਟੀਕਲ ਲਈਏ, ਅਪੋਲਸ ਹੋ ਗਏ ਇਕੁਏਟਰ, ਤਾਂ ਰੇਡੀਅਸ ਚੇਂਜ ਹੁੰਦਾ ਰਹਿੰਦਾ, ਠੀਕ ਹੈ, ਉਸ ਦੇ ਅਕੋਰਡਿੰਗ ਜੋ ਹੈ ਵੇਟ ਵੀ ਚੇਂਜ ਹੋਏਗਾ। ਵੇਟ ਆਫ ਆਬਜੈਕਟ ਅਪੋਨ ਦੀ ਮੂਨ, ਇੱਥੇ ਫਾਰਮੂਲਾ ਉਹੀ ਹੈ, F ਇਕੁਅਲ ਟੂ GMM ਅਪੋਨ R ਸਕੇਅਰ, ਠੀਕ ਹੈ। ਇੱਕ ਵਾਰੀ ਅਰਥ 'ਤੇ ਲਗਾਓ, ਇੱਕ ਵਾਰੀ ਮੂਨ 'ਤੇ, ਵੈਲਿਊਜ਼ ਪੁੱਟ ਕਰਕੇ ਅਰਥ ਦਾ ਮਾਸ ਅਤੇ ਅਰਥ ਦਾ ਰੇਡੀਅਸ, ਸਿਮਿਲਰਲੀ ਮੂਨ ਦਾ, ਇਹਨਾਂ ਦੋਨਾਂ ਦਾ ਕੰਪੈਰੇਟਿਵ ਰੇਸ਼ੋ ਲੈਂਦੇ ਹੈਗੇ ਆ ਅਸੀਂ, ਠੀਕ ਹੈ। ਵੈਲਿਊਜ਼ ਜੋ ਕਾਂਸਟੈਂਟ ਹੈ ਉਹ ਕੱਟੀਆਂ ਜਾਣਗੀਆਂ, G ਦੀ ਵੈਲਿਊ। ਤਾਂ ਮੂਨ 'ਤੇ ਵੇਟ ਅਪੋਨ ਇਹ ਕਿੰਨਾ ਆ ਜਾਂਦਾ, 1/6 ਆ ਜਾਂਦਾ। ਕੰਪੇਅਰਿੰਗ ਕੀਤੀ ਹੋਈ ਹੈ ਮੂਨ 'ਤੇ ਵੇਟ ਦੀ ਅਤੇ ਅਰਥ 'ਤੇ, ਤਾਂ ਉਹ ਕਿੰਨਾ ਆ ਜਾਂਦਾ 1/6 ਆਫ ਜਿੰਨਾ ਤੁਹਾਡਾ ਮੰਨ ਲਓ ਧਰਤੀ 'ਤੇ 60 ਹੈ ਤਾਂ ਮੂਨ 'ਤੇ ਕਿੰਨਾ ਹੋਏਗਾ 6 ਹੋਏਗਾ।
force applied on the surface is perpendicular to the thrust। ਜਿੰਨੀ ਨੀਚੇ ਕੰਨੀ ਫੋਰਸ ਲੱਗ ਰਹੀ ਹੈਗੀ ਆ ਉਨੀ ਹੋਏਗੀ ਥਰਸਟ ਦੀਆਂ ਵੀ ਯੂਨਿਟਸ ਕੀ ਹੈ, ਥਰਸਟ ਕੀ ਹੁੰਦੀ ਹੈ, ਟੂ ਦੀ ਸਰਫੇਸ ਇਜ਼ ਕਾਲਡ ਪਰਪੈਂਡੀਕੂਲਰ ਡਾਇਰੈਕਸ਼ਨ 'ਚ ਜਿਹੜੀ ਨੀਚੇ ਕੰਨੀ ਲੱਗਦੀ ਹੈ ਉਹਨੂੰ ਕੀ ਕਹਿੰਦੇ ਆ, ਥਰਸਟ ਕਵਾਂਗੇ। ਇਹਦੀਆਂ ਯੂਨਿਟਸ ਕੀ ਹੋਣਗੀਆਂ, ਨਿਊਟਨ। ਦੈਨ ਪ੍ਰੈਸ਼ਰ ਦੇ ਬਾਰੇ ਆ ਗਿਆ, ਫੋਰਸ ਪਰ ਯੂਨਿਟ ਏਰੀਆ, ਨਿਊਟਨ ਮੀਟਰ ਸਕੇਅਰ ਇਹਦੀਆਂ ਯੂਨਿਟਸ ਹੋਣਗੀਆਂ। ਪਾਸਕਲ, ਅਗਰ 1 ਨਿਊਟਨ ਫੋਰਸ 1 ਮੀਟਰ ਸਕੇਅਰ ਏਰੀਆ 'ਤੇ ਲੱਗ ਰਹੀ ਹੈ ਤਾਂ ਉਹਨੂੰ ਪਾਸਕਲ ਕਹਿੰਦੇ ਆ, ਠੀਕ ਹੈ। ਦੈਨ ਆਰਕਮੀਡੀਜ਼ ਪ੍ਰਿੰਸੀਪਲ, ਦਿਸ ਇਜ਼ ਦੀ ਅਨਦਰ ਟੋਪਿਕ। ਇਹ ਅਸੀਂ ਉਦੋਂ ਡਿਸਕਸ ਕਰ ਲਾਂਗੇ ਆਰਕਮੀਡੀਜ਼ ਪ੍ਰਿੰਸੀਪਲ ਜਦੋਂ ਇਹਦੇ ਕੁਐਸਚਨ ਅਲੱਗ ਕਰਾਂਗੇ। ਤਾਂ ਹਜੇ ਇੰਨਾ ਹੀ ਟੋਪਿਕ ਹੈਗਾ ਤੁਹਾਡਾ, ਕੰਪੈਰੀਜ਼ਨ ਅਪੋਨ ਦੀ ਮੂਨ ਐਂਡ ਅਰਥ, ਮਾਸ ਅਤੇ ਵੇਟ ਦੇ ਵਿੱਚ, ਕੈਪੀਟਲ ਜੀ, ਫੋਰਸ ਯੂਨੀਵਰਸਲ ਲਾ ਅਤੇ ਜੀ ਦੀ ਵੈਲਿਊ ਦੇ ਬਾਰੇ, ਠੀਕ ਹੈ, ਕਿਵੇਂ ਫਾਈਂਡ ਆਊਟ ਕਰਨੀ ਹੈ, ਅਸੀਂ ਕੁਐਸਚਨਸ ਕੀਤੇ ਹੈਗੇ ਆ। ਨਾਓ ਕਮ ਟੂ ਦੀ ਐਕਸਰਸਾਈਜ਼ ਮੇਨ। ਥਿਊਰੀ ਪਾਰਟ ਜ਼ਿਆਦਾ ਨਹੀਂ ਰਿਪੀਟ ਕੀਤਾ ਜਾਏਗਾ ਨਾ, ਕਿਉਂਕਿ ਇਹ ਕੰਸੀਡਰ ਕਰਕੇ ਚੱਲ ਰਿਹਾ, ਯੂ ਆਲਰੇਡੀ ਡਨ ਓਨਲੀ ਸਮ ਮਲਟੀਪਲਸ, ਠੀਕ ਹੈ, ਐਂਡ ਗਿਵਨ ਯੂ ਦੀ PDF for the practice। now come to the first question, exercise number 1 ਦਾ ਪਹਿਲਾ question, the force of gravitation between two bodies does not depend upon। ਅਸੀਂ ਕੀ ਕੀਤਾ ਸੀ, ਮਾਸ 'ਤੇ ਡਿਪੈਂਡ ਕਰਦੀ ਹੈ ਔਰ ਇਹਨੂੰ ਹਟਾ ਕੇ ਕੈਪੀਟਲ G ਲਗਾਇਆ ਸੀ। ਤਾਂ ਕੀ 'ਤੇ ਡਿਪੈਂਡ ਨਹੀਂ ਕਰਦੀ, ਸੈਪਰੇਸ਼ਨ 'ਤੇ ਡਿਪੈਂਡ ਕਰਦੀ ਹੈ, ਪ੍ਰੋਡਕਟ ਆਫ ਮਾਸ, ਸਮ ਆਫ ਦੇਅਰ ਮਾਸਸ, ਇਹ ਆਨਸਰ ਨਹੀਂ ਆਏਗਾ। ਜੀ ਵੀ ਹੈ ਦੇਖੋ ਫਾਰਮੂਲੇ 'ਚ, F=GM, ਤਾਂ ਇਹਨਾਂ ਸਾਰਿਆਂ 'ਤੇ ਤਾਂ ਡਿਪੈਂਡ ਕਰਦੀ ਹੈ, ਇਹ 'ਤੇ ਨਹੀਂ ਡਿਪੈਂਡ ਕਰਦੀ। ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਕੀ ਆਨਸਰ ਆਏਗਾ, ਵੈਰੀਜ਼ ਵਿਦ ਦੀ ਐਲਟੀਟਿਊਡ, ਜੀ ਦੀ ਵੈਲਿਊ GMR², ਠੀਕ ਹੈ। ਇਹਨੂੰ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਆ ਦੋਨੋਂ ਕਾਂਸਟੈਂਟ ਆ। ਤਾਂ ਕੀ ਚੇਂਜ ਹੋ ਰਿਹਾ, ਰੇਡੀਅਸ ਜਾਂ ਡਿਸਟੈਂਸ ਬਿਟਵੀਨ ਆਬਜੈਕਟ ਐਂਡ ਅਰਥ, ਦੈਟ ਇਜ਼ ਨੋਨ ਐਜ਼ ਦੀ ਐਲਟੀਟਿਊਡ, ਲੈਟੀਟਿਊਡ। ਤਾਂ ਜੀ ਦੀ ਵੈਲਿਊ ਜੋ ਹੈ ਹਾਈਟ ਦੇ ਨਾਲ ਚੇਂਜ ਹੁੰਦੀ ਹੈਗੀ ਹੈ, ਠੀਕ ਹੈ। ਅਵੇ ਫਰੋਮ ਦੀ ਅਰਥ ਜਾਈਏ ਤਾਂ ਜੀ ਦੀ ਵੈਲਿਊ ਘਟਦੀ ਜਾਏਗੀ, ਅਤੇ ਟੂਵਰਡਸ ਅਰਥ ਆਈਏ ਗ੍ਰੈਵਿਟੀ ਦੇ ਕਰਕੇ ਤਾਂ ਜੀ ਦੀ ਵੈਲਿਊ ਵੱਧਦੀ ਜਾਏਗੀ। ਅੱਧੋ ਵੱਧ ਹੈਗਾ, ਨਿਊਟਨ ਲਾ ਆਫ ਗ੍ਰੈਵੀਟੇਸ਼ਨ ਇਜ਼ ਐਪਲੀਕੇਬਲ ਔਨ, ਸਾਰੀਆਂ ਬੋਡੀਜ਼ 'ਤੇ, ਯੂਨੀਵਰਸ 'ਚ ਜਿੰਨੀਆਂ ਵੀ ਬੋਡੀਜ਼ ਹੈ ਉਹਨਾਂ ਸਭ 'ਤੇ ਇਹ ਯੂਨੀਵਰਸਲ ਨਿਊਟਨ ਦਾ ਲਾਅ ਐਪਲੀਕੇਬਲ ਹੈਗਾ, ਠੀਕ ਹੈ। ਹਰ ਇੱਕ ਦੋ ਓਬਜੈਕਟ ਇੱਕ ਦੂਜੇ ਨੂੰ ਅਟਰੈਕਟ ਕਰ ਰਹੀਆਂ ਹੈਗੀਆਂ। ਦੀ ਫੋਰਸ ਦੈਟ ਕਾਜ਼ਜ਼ ਦੀ ਐਕਸਲਰੇਸ਼ਨ ਐਂਡ ਕੀਪਸ ਦੀ ਬੋਡੀ ਮੂਵਿੰਗ ਇਨਟੂ ਸਰਕੂਲਰ ਪਾਥ, ਜਿਹੜਾ ਕੋਈ ਬੋਡੀ ਹੈ ਸਰਕੂਲਰ ਪਾਥ 'ਚ ਤਾਂ ਫੋਰਸ ਕਿੱਧਰ ਲੱਗੇਗੀ, ਸੈਂਟਰ ਕਰਨੀ, ਠੀਕ ਹੈ, ਜਾਂ ਅਵੇ ਫਰੋਮ ਦੀ ਸੈਂਟਰ ਲੱਗ ਸਕਦੀ ਹੈ, ਟੇਂਜੈਂਟ ਵੀ ਲੱਗਦੀ ਹੈ, ਇਨ ਦੀ ਡਾਇਰੈਕਸ਼ਨ ਆਫ ਦੀ ਸਰਕੂਲਰ ਮੋਸ਼ਨ, ਕਿੱਧਰ ਲੱਗੇਗੀ ਫੋਰਸ, ਫੋਰਥ ਦਾ ਟੂਵਰਡਸ ਦੀ ਸੈਂਟਰ, ਇਹਨੂੰ ਸੈਂਟਰੀਪੀਟਲ ਫੋਰਸ ਕਹਿੰਦੇ ਆ। ਇੱਦਾਂ ਇੱਕ ਕੋਈ ਓਬਜੈਕਟ ਹੈ, ਇਹਦੇ ਫੋਰਸ ਸੈਂਟਰ ਕਰਨੀ ਲੱਗੇਗੀ ਔਰ ਬੋਡੀ ਇੱਧਰ ਮੂਵ ਕਰ ਰਹੀ ਹੈਗੀ ਹੈ, ਤਾਂ ਇਹਨੂੰ ਕੀ ਕਵਾਂਗੇ, ਸੈਂਟਰੀਪੀਟਲ ਫੋਰਸ ਬੋਲਦੇ ਆ, ਦੈਟ ਇਜ਼ ਆਲਵੇਜ਼ ਟੂਵਰਡਸ ਦੀ ਸੈਂਟਰ ਲੱਗੇਗੀ। ਪੰਜਵਾਂ ਕੁਐਸਚਨ, ਆਲ ਬੋਡੀਜ਼ ਵੈਦਰ ਲਾਰਜ ਔਰ ਸਮਾਲ ਫਾਲ ਵਿਦ ਸੇਮ ਐਕਸਲਰੇਸ਼ਨ ਔਰ ਡਿਫਰੈਂਟ, ਸੇਮ ਹੀ ਲੱਗੇਗਾ, ਠੀਕ ਹੈ। ਇੱਕ ਬੜਾ ਸੋਹਣਾ ਐਕਸਪੈਰੀਮੈਂਟ ਕਰਕੇ ਦਿਖਾਇਆ, ਇੱਕ ਲੀਫ ਫੈਦਰ ਸਿੱਟਦੇ ਆ, ਇੱਕ ਕਾਗਜ਼ ਦੀ ਬੋਲ ਇਨ ਵੈਕਿਊਮ, ਤਾਂ ਦੋਨੋਂ ਕੀ ਹੈ ਸੇਮ ਸਪੀਡ ਦੇ ਨਾਲ ਨੀਚੇ ਆਉਂਦੀ ਹੈ। ਤੁਸੀਂ ਵੀ YouTube 'ਤੇ ਇਹ ਵਾਲਾ ਐਕਸਪੈਰੀਮੈਂਟ, ਤਾਂ ਕੋਈ ਮਾਸ 'ਤੇ, ਕਿਉਂਕਿ ਜੀ ਦੀ ਵੈਲਿਊ, ਠੀਕ ਹੈ, ਓਬਜੈਕਟ ਦੇ ਮਾਸ 'ਤੇ ਨਹੀਂ ਡਿਪੈਂਡ ਕਰਦੀ, ਠੀਕ ਹੈ, ਅਰਥ 'ਤੇ, ਤਾਂ ਕਰਕੇ ਸੇਮ ਐਕਸਲਰੇਸ਼ਨ ਨਾਲ ਉਹ ਕੀ ਹੈ ਨੀਚੇ ਆਉਣਗੀਆਂ। ਵੇਟਲੈਸਨੈਸ ਐਕਸਪੀਰੀਅੰਸ ਵਾਈਲ ਔਰਬਿਟਿੰਗ
ਦੀ ਅਰਥ ਇਨ ਦੀ ਸਪੇਸਸ਼ਿਪ ਇਜ਼ ਰਿਜ਼ਲਟ ਆਫ, ਜੋ ਸਾਡਾ ਵੀ ਵੇਟਲੈਸਨੈਸ ਹੈ ਅਰਥ, ਤਾਂ ਇਹ ਕਿਉਂ ਹੁੰਦੀ ਹੈ। ਸਿਕਸਥ ਦਾ ਜ਼ੀਰੋ ਗ੍ਰੈਵਿਟੀ ਸਪੇਸਸ਼ਿਪ 'ਚ, ਠੀਕ ਹੈ, ਅਰਥ ਦੀ ਗ੍ਰੈਵੀਟੇਸ਼ਨਲ ਪੁੱਲ ਕੀ ਹੁੰਦਾ, ਜ਼ੀਰੋ ਹੋ ਜਾਂਦਾ ਹੈਗਾ। ਵੈਨ ਐਨ ਆਬਜੈਕਟ ਫਾਲਸ ਫਰੀਲੀ ਟੂ ਦੀ ਅਰਥ ਦੀ ਫੋਰਸ ਆਫ ਗ੍ਰੈਵਿਟੀ ਇਜ਼ ਇਨ ਦੀ ਸੇਮ ਡਾਇਰੈਕਸ਼ਨ ਐਜ਼ ਦੀ ਫੋਰਸ। 8ਵੇਂ ਦਾ 7ਵੇਂ ਦਾ ਆਏਗਾ, ਜਦੋਂ ਕੋਈ ਚੀਜ਼ ਇੱਧਰ ਮੂਵ ਕਰ ਰਹੀ ਹੈ ਟੂਵਰਡਸ ਦੀ ਅਰਥ ਆ ਰਹੀ ਹੈਗੀ ਹੈ ਕੋਈ ਓਬਜੈਕਟ, ਤਾਂ ਗ੍ਰੈਵਿਟੀ ਵੀ ਕਿੱਧਰ ਹੀ ਲੱਗੇਗੀ, ਨੀਚੇ ਕਰਨੀ, ਕਿਉਂਕਿ ਅਰਥ ਦੇ ਗ੍ਰੈਵੀਟੇਸ਼ਨਲ ਪੁੱਲ ਦੇ ਕਰਕੇ। ਮੋਸ਼ਨ ਆਫ ਦੀ ਮੂਨ ਅਰਾਊਂਡ ਦੀ ਅਰਥ ਇਜ਼ ਡਿਊ ਟੂ, ਜੋ ਵੀ ਪਲੈਨਟਸ ਵਗੈਰਾ ਉਹ ਸਾਰੇ ਕਿਹਦੇ ਕਰਕੇ, ਸੈਂਟਰੀਪੀਟਲ ਫੋਰਸ, ਔਰ ਇਹ ਸੈਂਟਰ ਕਰਨੀ ਲੱਗੇਗੀ, ਠੀਕ ਹੈ। ਦੀ ਵੇਟ ਆਫ ਬੋਡੀ ਐਟ ਦੀ ਸੈਂਟਰ ਆਫ, ਦੇਖੋ ਇਹ ਜਦੋਂ ਐਟ ਦੀ ਸੈਂਟਰ ਰੇਡੀਅਸ ਹੀ ਜ਼ੀਰੋ ਹੋ ਗਿਆ ਤਾਂ ਗ੍ਰੈਵੀਟੇਸ਼ਨਲ ਪੁੱਲ ਵੀ ਜ਼ੀਰੋ ਹੋ ਜਾਊਗਾ। ਤਾਂ ਕਿਸੇ ਵੈਲਿਊ ਨੂੰ ਜ਼ੀਰੋ ਨਾਲ ਮਲਟੀਪਲਾਈ ਕਰਾਂਗੇ ਤਾਂ ਆਨਸਰ ਕਿੰਨਾ ਆ ਜਾਊਗਾ, ਜ਼ੀਰੋ। ਤਾਂ 9th ਦਾ ਐਟ ਦੀ ਸੈਂਟਰ ਆਫ ਅਰਥ ਕਿੰਨਾ ਆ ਜਾਏਗਾ, ਜ਼ੀਰੋ। ਦੀ ਵੇਟ ਆਫ ਆਬਜੈਕਟ ਇਜ਼ ਗ੍ਰੈਵਿਟੀ ਆਫ ਦੀ ਮੈਟਰ ਇਟ ਕੰਟੇਨਸ, ਕਿੰਨੀ ਗ੍ਰੈਵਿਟੀ ਲੱਗ ਰਹੀ ਹੈ, ਇਸ ਦੀ ਫੋਰਸ ਵਿਦ ਵਿਚ ਇਟ ਇਜ਼ ਅਟਰੈਕਟਡ, ਠੀਕ ਹੈ। ਵੇਟ ਕੀ ਹੈ, ਕਿੱਥੋਂ ਡਰਾਈਵ ਹੋਇਆ, ਵੇਟ ਦਾ ਫਾਰਮੂਲਾ F=ma, ਜਦੋਂ ਗ੍ਰੈਵਿਟੀ ਦੇ ਕਰਕੇ ਲੱਗਦੀ ਹੈ ਤਾਂ ਇਹ ਫੋਰਸ ਹੀ ਹੈ ਜੋ ਕਿਹਦੇ ਕਰਕੇ ਲੱਗਦੀ ਹੈ, ਗ੍ਰੈਵੀਟੇਸ਼ਨਲ ਪੁੱਲ ਦੇ ਕਰਕੇ। ਤਾਂ 4th ਵਿਲ ਬੀ ਦੀ ਆਨਸਰ। ਇਨ ਵੈਕਿਊਮ ਆਲ ਫਰੀਲੀ ਫਾਲਿੰਗ ਆਬਜੈਕਟਸ ਹੈਵਿੰਗ ਸੇਮ ਐਕਸਲਰੇਸ਼ਨ। 11th ਦਾ ਆਏਗਾ 3rd, ਠੀਕ ਹੈ। ਐਕਸਲਰੇਸ਼ਨ ਜੋ ਹੈ ਦੈਟ ਨੋਟ ਡਿਪੈਂਡਸ ਅਪੋਨ ਦੀ ਮਾਸ ਆਫ ਆਬਜੈਕਟ, ਤਾਂ ਫਰੀਲੀ ਫਾਲਿੰਗ 'ਤੇ ਸੇਮ ਐਕਸਲਰੇਸ਼ਨ ਲੱਗੇਗਾ। ਦੀ ਸੈਂਟਰੀਪੀਟਲ ਫੋਰਸ ਇਜ਼ ਪ੍ਰੋਵਾਈਡਡ ਟੂ ਦੀ ਪਲੈਨਟਸ ਬਾਏ ਰਿਪਲਸ਼ਨ ਬਿਟਵੀਨ ਪਲੈਨਟ, force of attraction, heat energy. I think this is the attraction of, ठीक है। सेंट्रीपिटल फोर्स जो है ये भी यूनिवर्सल लॉ बिटवीन मास सन एंड जो भी प्लैनेट्स है ਉਹਦੇ ਵਿੱਚ ਕਿਹੜੀ ਲੱਗੇਗੀ, यूनिवर्सल लॉ ऑफ फोर्स ऑफ अट्रैक्शन लगेगा। एट विच ऑफ द फॉलोइंग लोकेशन द वैल्यू ऑफ G इज लार्जेस्ट, ਇਹਨਾਂ ਚੋਂ G ਦੀ ਵੈਲਿਊ ਕਿਤੇ ਡਿਪੈਂਡ ਕਰਦੀ ਹੈ, Gm/r², ਜਾਂ ਹਾਈਟ। ਹੁਣ ਮਾਊਂਟ ਐਵਰੈਸਟ ਅਤੇ ਕੁਤਬ ਮੀਨਾਰ ਚੋਂ ਮਾਊਂਟ ਐਵਰੈਸਟ ਦੀ ਹਾਈਟ ਜ਼ਿਆਦਾ ਹੈਗੀ ਹੈ, ਠੀਕ ਹੈ। ਐਟ ਦੀ ਪਲੇਸ ਆਫ ਇਕੁਏਟਰ ਔਰ ਇਹ ਕੈਂਪ ਸਾਈਟ ਆਫ ਅੰਟਾਰਕਟਿਕਾ। ਆਈ ਥਿੰਕ ਲੈਟੀਟਿਊਡ ਜੋ ਹੈ ਅੰਟਾਰਕਟਿਕਾ ਦਾ ਸਭ ਤੋਂ ਜ਼ਿਆਦਾ ਹੈਗਾ, ਸੈਂਟਰ ਤੋਂ G=Gm/r²। ਅਗਰ ਅਰਥ ਦੇ ਇੱਥੋਂ ਦੇਖੀਏ ਇਕੁਏਟਰ 'ਤੇ ਤਾਂ ਠੀਕ ਹੈ ਰੇਡੀਅਸ 'ਤੇ ਡਿਪੈਂਡ ਕਰੇਗੀ। ਆਹ ਵਾਲਾ ਦੇਖੀਏ ਤਾਂ ਅੰਟਾਰਕਟਿਕਾ ਕਿੱਥੇ ਆ, ਪੋਲਸ 'ਤੇ। ਅਗਰ ਅਰਥ ਨੂੰ ਇੱਦਾਂ ਲਈਏ, ਠੀਕ ਹੈ, ਅਤੇ ਆਹ ਇਕੁਏਟਰ, ਆਹ ਰੇਡੀਅਸ ਘੱਟ ਹੈ G=Gm/r²। ਤਾਂ ਪੋਲਸ ਵਾਲਾ ਜੋ ਰੇਡੀਅਸ ਹੈ ਉਹ ਕੀ ਹੈ, ਲੈਸ ਵੈਲਿਊ ਹੈ, ਘੱਟ ਹੈਗਾ। ਤਾਂ G ਜੋ ਹੈ ਇਨਵਰਸਲੀ ਪ੍ਰਪੋਰਸ਼ਨਲ ਟੂ r²। ਤਾਂ ਵੇਟ ਜੋ ਹੈ ਇੱਥੇ ਜ਼ਿਆਦਾ ਹੋਊਗਾ ਔਨ ਦੀ ਪੋਲਸ 'ਤੇ ਵੇਟ ਕੀ ਹੈ, ਜ਼ਿਆਦਾ ਹੁੰਦਾ ਅਕੋਰਡਿੰਗ ਟੂ ਇਨਵਰਸਲੀ ਪ੍ਰਪੋਰਸ਼ਨਲ, ਠੀਕ ਹੈ। ਪੋਲਸ ਦਾ ਰੇਡੀਅਸ ਘੱਟ ਹੈਗਾ ਐਜ਼ ਕੰਪੇਅਰ ਟੂ ਮਾਊਂਟ ਐਵਰੈਸਟ ਹਾਈਟ ਜਾਂ ਕੁਤਬ ਮੀਨਾਰ ਦੀ ਹਾਈਟ 'ਤੇ। ਤਾਂ 13 ਦਾ ਆਨਸਰ ਵਿਲ ਬੀ ਪੋਲਸ 'ਤੇ ਵੇਟ ਕੀ ਹੈ, ਜ਼ਿਆਦਾ ਹੋਏਗਾ। ਇਹ ਵਾਲ ਇਜ਼ ਥਰੋਨ ਵਰਟੀਕਲੀ ਅਪਵਰਡ, ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਇਜ਼ ਡਿਕਰੀਜ਼, ਘੱਟਦਾ ਜਾਏਗਾ। ਐਕਸਲਰੇਸ਼ਨ ਦਾ ਨੀਚੇ ਹੀ ਲੱਗੇਗਾ, ਬੋਲ ਉੱਪਰ ਜਾ ਰਹੀ ਹੈਗੀ ਹੈ, ਠੀਕ ਹੈ। ਤਾਂ ਇਸ ਇਨ ਆਪੋਜ਼ਿਟ ਡਾਇਰੈਕਸ਼ਨ। 14th ਦਾ ਬਿਕਮ ਜ਼ੀਰੋ ਐਟ ਹਾਈਐਸਟ, ਠੀਕ ਹੈ। ਜਦੋਂ ਕੋਈ ਵੀ ਬੋਲ ਹੈ
ਇੱਦਾਂ ਮੂਵ ਕਰ ਰਹੀ ਹੈ ਇੱਕ ਪਾਰਟਿਕੂਲਰ ਹਾਈਟ 'ਤੇ, ਮੈਕਸੀਮਮ ਹਾਈਟ 'ਤੇ ਜਾ ਕੇ ਜੀ ਦੀ ਵੈਲਿਊ ਕੀ ਹੈ 0 ਹੋ ਜੂਗੀ, ਮਤਲਬ ਅਵੇ ਫਰੋਮ ਦੀ ਗ੍ਰੈਵੀਟੇਸ਼ਨਲ ਪੁੱਲ ਹੋ ਜਾਏਗੀ, ਅਰਥ ਦੇ ਗ੍ਰੈਵਿਟੀ ਤੋਂ ਬਾਹਰ ਹੋ ਜਾਏਗੀ। ਦੀ ਪ੍ਰੈਸ਼ਰ ਐਗਜ਼ਰਟਡ ਬਾਈ ਸ਼ਾਰਪ ਨੀਡਲ ਔਨ ਦੀ, ਪ੍ਰੈਸ਼ਰ ਜੋ ਹੈ ਏਰੀਆ 'ਤੇ ਡਿਪੈਂਡ ਕਰਦਾ ਹੈਗਾ। ਔਨ ਦੀ ਸਰਫੇਸ ਇਜ਼ ਮੋਰ ਆਏਗਾ 15th ਦਾ ਮੋਰ, ਕਿਉਂਕਿ ਜਦੋਂ ਨੀਡਲ ਸ਼ਾਰਪ ਹੈ ਠੀਕ ਹੈ ਤਾਂ ਉਹਦਾ ਏਰੀਆ ਲੈਸ ਹੈ ਤਾਂ ਪ੍ਰੈਸ਼ਰ ਕੀ ਆ ਜਾਏਗਾ ਮੋਰ ਆ ਜਾਏਗਾ, ਇਨਵਰਸਲੀ ਪ੍ਰਪੋਰਸ਼ਨਲ ਹੋਣ ਕਰਕੇ। ਵਿਚ ਆਫ ਦੀ ਫੋਲੋਇੰਗ ਇਜ਼ ਦੀ ਫੋਰਸ ਆਫ ਅਟਰੈਕਸ਼ਨ ਐਗਜ਼ਿਸਟ ਬਿਟਵੀਨ ਦੀ object, the force of attraction is called gravitational force। 16th ਦਾ fourth ਆਨਸਰ ਹੀ ਬਣਦਾ ਯੂਨੀਵਰਸਲ ਲਾ ਨੂੰ ਐਕਸਪਲੇਨ ਕੀਤਾ ਹੋਇਆ ਇਸ ਪੂਰੇ ਲੈਸਨ 'ਚ, ਬਸ ਇਹੋ ਫਾਰਮੂਲਾ ਹੈਗਾ। then buoyant force on the object due to fluid always acts in opposite direction, upper direction। ਕੋਈ object ਹੈਗੀ ਹੈ ਫਲੂਇਡ ਦੇ ਵਿੱਚ ਪਈ ਹੈ ਠੀਕ ਹੈ ਤਾਂ ਗ੍ਰੈਵਿਟੀ ਨੀਚੇ ਲੱਗੇਗੀ, ਬਾਇੰਟ ਫੋਰਸ ਕੀ ਆ ਆਪੋਜ਼ਿਟ ਡਾਇਰੈਕਸ਼ਨ 'ਚ ਅੱਪਰ ਡਾਇਰੈਕਸ਼ਨ 'ਚ ਲੱਗੇਗੀ ਉਹਦੇ ਉੱਤੇ। 17th ਦਾ ਥਰਡ ਆਨਸਰ ਆ ਜਾਏਗਾ। ਆਰਕਮੀਡੀਜ਼ ਪ੍ਰਿੰਸੀਪਲ ਹਜੇ ਰਹਿੰਦਾ, ਅਸੀਂ ਕਰ ਲਾਂਗੇ ਇਹ ਸਾਰੇ। ਆਰਕਮੀਡੀਜ਼ ਪ੍ਰਿੰਸੀਪਲ ਦੇ 2-3 ਕੁਐਸਚਨਸ ਹੈ, ਬਾਅਦ 'ਚ ਕਰਦੇ ਹਾਂ ਕਿਉਂਕਿ ਜਦੋਂ ਟੌਪਿਕ ਡਿਸਕਸ ਕਰਾਂਗੇ। ਯੂਨੀਵਰਸਲ ਲਾ ਆਫ ਗ੍ਰੈਵੀਟੇਸ਼ਨ ਸਟੇਟਸ ਦੈਟ ਐਵਰੀ ਆਬਜੈਕਟਸ ਅਟਰੈਕਟ ਈਚ ਅਦਰ ਵਿਦ ਫੋਰਸ ਆਫ, ਇਹ ਸਾਰੀ ਠੀਕ ਹੈ। F = G m/r ਸਕੇਅਰ, ਜਾਂ ਯੂ ਕੈਨ ਸੇ ਡਿਸਟੈਂਸ ਬਿਟਵੀਨ, ਇਹ ਵੀ ਗ੍ਰੈਵੀਟੇਸ਼ਨਲ ਦੇ ਹੈਗੇ ਆ। ਕੈਪਲਰ ਲਾ ਗਵਰਨਿੰਗ, ਉਹ ਸਾਰੇ ਆਰਕਮੀਡੀਜ਼ ਵਾਲੇ ਕੁਐਸਚਨ ਅਸੀਂ ਹਜੇ ਛੱਡੇ ਹੈਗੇ। ਕੈਪਲਰ ਲਾ ਗਵਰਨਿੰਗ ਦੀ ਮੋਸ਼ਨ ਆਫ ਪਲੈਨਟ ਇਜ਼, ਦੀ ਔਰਬਿਟਲ ਆਫ ਪਲੈਨਟ ਇਜ਼ ਐਕਲਿਪਸ। ਕੈਪਲਰ ਨੇ ਕੀ ਕਿਹਾ, ਜਿਸ 'ਚ ਸਨ ਹੈ ਠੀਕ ਹੈ ਕੋਈ ਵੀ ਪਲੈਨਟਸ ਘੁੰਮ ਰਿਹਾ ਤਾਂ ਇਹ ਐਕਲਿਪਸ ਹੈ। ਲਾਈਨ ਜੁਆਇਨਿੰਗ ਦੀ ਪਲੈਨਟਸ ਐਂਡ ਇਕੁਅਲ ਏਰੀਆ ਕਵਰ ਕਰੇਗੀ। ਮੰਨ ਲਓ ਇੱਥੇ ਹੈ ਪਲੈਨਟ, ਫਿਰ ਇੱਥੋਂ ਇੱਥੇ ਤੱਕ ਜਾਂਦਾ ਹੈਗਾ ਤਾਂ ਇਹ ਏਰੀਆ ਜੋ ਹੈ ਕਵਰ ਕੀਤਾ ਸੇਮ ਹੋਏਗਾ। ਮੀਨਸ ਜਦੋਂ ਪਲੈਨਟ ਇੱਥੋਂ ਤੋਂ ਇੱਥੇ ਗਿਆ ਇੰਨਾ ਏਰੀਆ, ਇੱਥੋਂ ਇੱਥੇ ਗਿਆ ਤਾਂ ਇਹ ਵਾਲਾ ਏਰੀਆ ਆ ਜਾਏਗਾ। ਏਰੀਆ ਕਵਰ ਵਿਲ ਬੀ ਦੀ ਸੇਮ। ਔਰ ਹੈਗਾ ਆ ਸਨ ਹੈ ਅਤੇ ਆ ਪਲੈਨਟਸ ਹੈ, ਇਹਨਾਂ ਦੇ ਵਿੱਚ ਡਿਸਟੈਂਸ ਕਿੰਨੀ ਹੈਗੀ ਆ D, ਤਾਂ ਇਸ ਨੂੰ ਇੱਕ ਪੀਰੀਅਡ ਪੂਰਾ ਕਰਨ ਲਈ ਜੋ ਸਮਾਂ ਲੱਗਦਾ ਹੈ ਉਹ ਪਲੈਨਟ ਅਤੇ ਸਨ ਦੇ ਵਿੱਚ ਡਿਸਟੈਂਸ ਦਾ ਕਿਊਬ। ਸਕੇਅਰ ਆਫ ਦੀ ਟਾਈਮ ਪੀਰੀਅਡ ਵਿਲ ਬੀ ਇਕੁਅਲ ਟੂ ਦੀ ਡਿਸਟੈਂਸ ਬਿਟਵੀਨ ਅਰਥ ਐਂਡ ਪਲੈਨਟ ਐਂਡ ਸਨ ਠੀਕ ਹੈ। ਸਕੇਅਰ ਆਫ that will be between distance between sun and planet, ਤੇ ਇਹਨੂੰ ਕੀ ਕਵਾਂਗੇ ਔਰਬਿਟਲ ਟਾਈਮ ਪੀਰੀਅਡ, ਕਿੰਨਾ ਇੱਕ ਔਰਬਿਟਲ ਨੂੰ ਕੰਪਲੀਟ ਕਰਨ ਲਈ ਟਾਈਮ ਪੀਰੀਅਡ ਲੱਗਦਾ। ਤਾਂ ਇਹ ਸਾਰਾ ਆਲ ਟਰੂ ਹੈਗੇ ਆਨਸਰ। ਇਹ ਵੀ ਆਰਕਮੀਡੀਜ਼ ਵਾਲਾ ਹੈਗਾ। ਦੈਨ ਇਹ ਨਰਸ, ਚਲੋ ਜੋ ਵੀ ਆਰਕਮੀਡੀਜ਼ ਵਾਲੇ ਅਸੀਂ ਹਜੇ ਛੱਡੇ ਆ ਕੁਐਸਚਨ। ਦਿਸ ਇਜ਼ ਆਲਸੋ ਅਕੋਰਡਿੰਗ ਟੂ ਦੀ ਕੈਪਲਰ ਫੋਰਸ ਐਕਟਿੰਗ ਔਨ ਦੀ ਔਰਬਿਟਲ ਪਲੈਨਟ ਵਿਲ ਬੀ, ਇਹ ਆਨਸਰ ਹੈਗਾ ਠੀਕ ਹੈ। V²/r। ਦੈਨ ਇਹ ਸਾਰੇ ਵੇਟ ਪਿਕ ਦੀ ਕਰੈਕਟ ਸਟੇਟਮੈਂਟ, ਇਹ ਵਾਲਾ ਆਨਸਰ ਬਣ ਜਾਏਗਾ 32 ਦਾ। F = G m/d², ਇਹਨਾਂ ਦੀ ਮਲਟੀਪਲਾਈ ਕਰੋ ਅਤੇ ਉਹ ਨੀਚੇ ਆ ਜਾਏਗਾ FD² m/, ਇਹ ਤਾਂ ਕਰਕੇ 1 ਵਿਲ ਬੀ ਦੀ ਆਨਸਰ। ਗ੍ਰੈਵੀਟੇਸ਼ਨਲ ਫੋਰਸ ਬਿਟਵੀਨ ਟੂ ਆਬਜੈਕਟ ਇਜ਼ F ਇਫ ਦੀ ਮਾਸਸ ਬੋਥ ਹਾਫਡ ਵਿਦਾਊਟ ਚੇਂਜਿੰਗ ਦੀ ਡਿਸਟੈਂਸ, ਦੋਨਾਂ ਦੇ ਮਾਸ ਹਾਫ ਕਰਤੇ। F = G m/2 ਅਤੇ m ਡਿਸਟੈਂਸ ਉਹੀ ਹੈ ਤਾਂ ਟੋਟਲ ਫੋਰਸ ਕੀ ਆ ਜਾਏਗੀ 1/4 ਹੋ ਜਾਏਗੀ
ठीक है 33 ਦਾ ਫਸਟ ਵਿਲ ਬੀ ਆਨਸਰ। ਤਾਂ 1/4 ਹੋ ਜਾਏਗੀ ਜੇ ਉਹਨਾਂ ਦੇ ਮਾਸ ਅਸੀਂ ਘਟਾ ਦਈਏ। A boy is whirling a stone tied with the sting in horizontal circular path. The sting breaks. The stone will go ਤਾਂ ਕਿੱਧਰ ਜਾਏਗਾ along ਦੀ ਆਹ ਦੇਖੋ ਨਾ ਇੱਦਾਂ ਸੈਂਟਰੀਪੀਟਲ ਫੋਰਸ ਸੈਂਟਰ 'ਚ ਲੱਗ ਰਹੀ ਹੈ ਔਰ ਟੇਂਜੈਂਟ ਠੀਕ ਹੈ ਤਾਂ ਵੈਲੋਸਿਟੀ ਇੱਧਰ ਹੋ ਰਹੀ ਹੈ ਤਾਂ ਇਹ ਟੇਂਜੈਂਟ ਬਣਾਉਂਦੇ ਆ ਤਾਂ ਸਟੋਨ ਵਿਲ ਗੋ ਟੈਂਜੈਂਟਲ ਟੂ ਦੀ ਸਰਕੂਲਰ ਪਾਥ 'ਤੇ ਜਾਏਗਾ। ਇਸ ਤੋਂ ਬਾਅਦ ਇਹ ਵੀ ਗ੍ਰੈਵਿਟੀ ਦਾ ਦੈਨ ਯੂਨਿਟਸ ਆਫ ਜੀ ਐਮ ਸਮਾਲ ਐਮ ਅਪੋਨ ਡੀ ਸਕੇਅਰ ਤਾਂ ਜੀ ਦੀਆਂ ਯੂਨਿਟਸ ਕਿਤੇ ਡਿਪੈਂਡ ਕਰਨਗੀਆਂ ਇਹ 'ਤੇ ਨਿਊਟਨ ਮੀਟਰ ਸਕੇਅਰ ਪਰ ਕੇਜੀ ਇਨਵਰਸ ਇਹਦੀਆਂ ਯੂਨਿਟਸ ਹੋ ਜਾਣਗੀਆਂ। then ਅਗਲਾ two particles are placed at some distance if the masses of each of double and distance between them unchanged then ਤਾਂ force ਕੀ ਹੋ ਜਾਏਗੀ 4 times ਹੋ ਜਾਏਗੀ F = G ਮਾਸ ਡਬਲ ਕਰਤਾ ਅਤੇ ਡਿਸਟੈਂਸ ਓਨੀ ਹੈ ਤਾਂ ਨਿਊ ਫੋਰਸ ਕਿੰਨੀ ਆ ਜਾਏਗੀ 4 times ਆ ਜਾਏਗੀ 37th ਦਾ ਸੈਕਿੰਡ ਵਿਲ ਬੀ ਦੀ ਆਨਸਰ। ਦੈਨ 38 ਇਹਨਾਂ ਦੇ ਵਿੱਚੋਂ ਅਸੀਂ ਆਰਕਮੀਡੀਸ ਵਾਲੇ ਠੀਕ ਹੈ ਉਹ ਟੋਟਲੀ ਡਿਫਰੈਂਟ ਟੋਪਿਕ ਹੈ ਉਹਨੂੰ ਅਲੱਗ ਡੀਲ ਕਰਾ ਕੇ ਫਿਰ ਅਸੀਂ ਇਹਨਾਂ ਨੂੰ ਦੁਬਾਰਾ ਦੇਖ ਲਾਂਗੇ। ਦੀ ਵੇਟ ਆਫ ਐਨ ਆਬਜੈਕਟ ਐਟ ਦੀ ਸੈਂਟਰ ਆਫ ਦੀ ਅਰਥ ਰੇਡੀਅਸ ਵਿਲ ਬੀ 0 ਕਿਉਂਕਿ ਜੋ ਹੈ ਐਟ ਦੀ ਸੈਂਟਰ ਜੀ ਦੀ ਵੈਲਿਊ 0 ਹੈ ਤਾਂ ਕਿਸੇ ਕੁਆਂਟਿਟੀ ਨੂੰ 0 ਨਾਲ ਮਲਟੀਪਲਾਈ ਕਰਦੇ ਹਾਂ ਤਾਂ ਆਨਸਰ ਵਿਲ ਬੀ ਦੀ 0 38 ਦਾ ਫਸਟ ਆਨਸਰ ਆ ਜਾਏਗਾ। ਉਸ ਤੋਂ ਬਾਅਦ ਹੈਗਾ ਪ੍ਰੈਸ਼ਰ ਐਗਜ਼ਰਟਡ ਇਹ ਵੀ ਕੱਢ ਸਕਦੇ ਹੋ ਤੁਸੀਂ F = F/A ਠੀਕ ਹੈ ਗਰਲ ਸਟੈਂਡਿੰਗ ਔਨ ਦੀ ਏਰੀਆ ਕੱਢ ਕੇ ਬ੍ਰਿਕ ਦਾ 39th ਦਾ second will be answer maximum when the breadth and width form the base ठीक है length 60 है। अच्छा ये देखो इन्हों चो सब तो घट की है width ठीक है F/A ਤਾਂ ਅਗਰ ਇੱਥੇ 20 ਸੈਂਟੀਮੀਟਰ ਹੈ ਘੱਟ ਹੈ ਤਾਂ ਪ੍ਰੈਸ਼ਰ ਕੀ ਹੋਊਗਾ ਜ਼ਿਆਦਾ ਹੋਏਗਾ ਠੀਕ ਹੈ। ਅਗਰ ਵਿਡਥ ਦੇ ਲੌਂਗ ਅਸੀਂ ਇੱਦਾਂ ਬ੍ਰਿਕ ਨੂੰ ਖੜਾ ਕਰਦੇ ਹਾਂ 20 ਸੈਂਟੀਮੀਟਰ ਤਾਂ ਪ੍ਰੈਸ਼ਰ ਜੋ ਹੈ ਏਰੀਆ ਲੈਸ ਹੈ ਤਾਂ ਪ੍ਰੈਸ਼ਰ ਕੀ ਹੈ ਜ਼ਿਆਦਾ ਹੋਏਗਾ। ਤਾਂ ਇਹਨਾਂ 'ਚੋਂ ਸਭ ਤੋਂ ਘੱਟ ਪ੍ਰੈਸ਼ਰ 60 ਤੇ ਫਿਰ 40 ਤੇ ਸਭ ਤੋਂ ਵੱਧ ਪ੍ਰੈਸ਼ਰ 20 ਵਾਲੀ ਸਾਈਡ 'ਤੇ ਪਏਗਾ। ਵੈਲਿਊ ਆਫ ਜੀਜ਼ ਠੀਕ ਹੈ ਆਨਸਰ ਇਹ ਵਾਲਾ ਆਏਗਾ ਐਪਲ falls from the tree because of the gravitational attraction between the earth and if F1 is the magnitude of the force exerted by earth on apple and F2 is the magnitude exerted by apple on the earth ਜੋ ਹੈ ਤਾਂ ਦੋਨੋਂ ਹੀ ਅਟਰੈਕਟ ਕਰ ਰਹੇ ਆ ਪਰ ਇਹਦਾ ਸਾਈਜ਼ ਜ਼ਿਆਦਾ ਹੋਣ ਕਰਕੇ ਠੀਕ ਹੈ F1 ਕੀ ਹੋਏਗੀ ਜ਼ਿਆਦਾ ਹੋਏਗੀ ਅਰਥ ਕੀ ਹੈ ਜ਼ਿਆਦਾ ਫੋਰਸ ਨਾਲ ਐਪਲ ਨੂੰ ਖਿੱਚੇਗੀ ਤਾਂ F1 ਵਿਲ ਬੀ ਮਚ ਗ੍ਰੇਟਰ ਦੈਨ F2 ਦੋਨਾਂ 'ਤੇ ਇਕੁਅਲ ਲੱਗਦੀ ਹੈ। ਇਹਨਾਂ ਨੇ ਕਿਹਾ ਜਿੰਨਾ ਇਹ 'ਤੇ ਫੋਰਸ ਲਾਏਗਾ ਉਨਾ ਹੀ ਇਹ ਦੋਨੋਂ ਇਕੁਅਲ ਹੁੰਦੀਆਂ ਪਰ ਉਹਦਾ ਸਾਈਜ਼ ਛੋਟਾ ਹੋਣ ਕਰਕੇ ਅਪਥਰਸ ਨਾਲ ਰਿਲੇਟਡ ਹੈਗਾ ਵੇਰੀਏਸ਼ਨ ਆਫ ਜੀ ਵਿਦ ਦੀ ਡਿਸਟੈਂਸ ਫਰੋਮ ਦੀ ਸੈਂਟਰ ਆਫ ਇਜ਼ ਬੈਸਟ ਗਿਵਨ ਬਾਈ ਸੈਕਿੰਡ ਵਿਲ ਬੀ ਦੀ ਆਨਸਰ 43 ਦਾ second answer gravitational force between the earth and object on the surface of the earth is given by formula gravitational force ਕਿਹਦੇ ਨਾਲ third 44 ਦਾ third will be the answer universal
law. Four planets A and B are made from same material. Radius r by 2 ਇਹ ਦਿੱਤੇ. The order of the planet in increasing ਅੱਛਾ ਜੀ ਦੀ ਵੈਲਿਊ ਕਿਤੇ ਡਿਪੈਂਡ ਕਰਦੀ ਹੈ ਜੀ ਐਮ ਅਪੋਨ ਆਰ ਸਕੇਅਰ। ਹੁਣ ਇਹਨਾਂ 'ਚੋਂ ਜਿਹਦਾ ਰੇਡੀਅਸ ਜ਼ਿਆਦਾ ਹੈ 4r ਭਰੀਏ ਤਾਂ ਇਹਦਾ ਆ ਗਿਆ 16r ਸਕੇਅਰ। ਠੀਕ ਹੈ, ਤਾਂ ਉਹ 'ਤੇ ਪਲੈਨਟਸ ਦੀ ਵੈਲਿਊ ਕੀ ਹੋਏਗੀ ਜੀ ਦੀ ਘੱਟ ਹੋਏਗੀ। ਮੀਨਸ ਜਿਹਦਾ ਰੇਡੀਅਸ ਜ਼ਿਆਦਾ ਹੈ ਉਹ 'ਤੇ ਗ੍ਰੈਵੀਟੇਸ਼ਨਲ ਪੁੱਲ ਕੀ ਹੈ ਘੱਟ ਹੈ, ਤਾਂ ਡੀ 'ਤੇ ਸਭ ਤੋਂ ਘੱਟ ਹੋਏਗਾ। ਠੀਕ ਹੈ, ਹਾਂ ਏ ਬੀ ਸੀ ਅਤੇ ਡੀ 'ਤੇ ਘੱਟ ਹੋਏਗਾ 45 ਦਾ। ਫਸਟ ਵਿਲ ਬੀ ਦੀ ਆਂਸਰ ਜੀ ਇਕੁਅਲ ਟੂ 1/r ਸਕੇਅਰ ਅਕੋਰਡਿੰਗ ਟੂ ਦਿਸ। ਆਹ ਵੈਲਿਊ ਜ਼ਿਆਦਾ ਤਾਂ ਇਹ ਘੱਟ ਹੋਏਗੀ ਯੂਨੀਵਰਸਲੀ ਪ੍ਰਪੋਰਸ਼ਨਲ ਹੋਣ ਕਰਕੇ। ਦੈਨ 40 ਵੀ ਸਾਡਾ ਹੈਗਾ ਪ੍ਰੈਸ਼ਰ 'ਤੇ ਇੱਥੇ ਐਚ ਰੋ ਜੀ ਜਿਹਦੀ ਹਾਈਟ ਜ਼ਿਆਦਾ ਹੋਏਗੀ ਉਸ 'ਚ ਵਾਟਰ ਕॉलम ਦੀ ਉੱਥੇ ਪ੍ਰੈਸ਼ਰ ਕੀ ਹੈ ਜ਼ਿਆਦਾ ਹੋਏਗਾ। ਇਹ ਸਾਰਾ ਫਲੂਇਡਸ ਦਾ ਅਲੱਗ ਟੋਪਿਕ ਹੈਗਾ, ਹੈ ਗ੍ਰੈਵੀਟੇਸ਼ਨਲ ਵਾਲੇ 'ਚ ਹੀ ਹੈ। 48 ਦਾ ਦੀ ਫੋਰਸ ਆਫ ਗ੍ਰੈਵੀਟੇਸ਼ਨ ਐਕਸਪਲੇਨਸ ਦੀ ਫਿਨੋਮੀਨਾ। ਦੀ ਫੋਰਸ ਦੈਟ ਬਾਈਂਡਸ ਅਸ ਦੀ ਅਰਥ ਮੋਸ਼ਨ ਆਫ ਦੀ ਮੂਨ ਐਂਡ ਇਹ ਸਾਰੇ ਫਿਨੋਮੀਨਾ ਜੋ ਟਾਈਡਸ ਜਵਾਰ ਭੱਟਾ ਆਉਂਦੇ ਆ ਉਹ ਵੀ ਗ੍ਰੈਵੀਟੇਸ਼ਨਲ ਫੋਰਸ ਕਰਕੇ ਆਉਂਦੇ ਆ। ਪਲੈਨਟਸ ਸਨ ਦੇ ਅਰਾਊਂਡ ਘੁੰਮ ਰਹੇ ਹੈਗੇ ਆ। ਠੀਕ ਹੈ, ਇਸ ਦੇ ਕਰਕੇ ਅਰਥ ਕੀ ਹੈ ਪਲੈਨਟ 'ਚ ਬਾਈਂਡ ਹੈਗੀ ਹੈ। ਸਾਰੇ ਫਿਨੋਮੀਨਾਸ ਡਿਊ ਟੂ ਫੋਰਸ ਆਫ ਅਟਰੈਕਸ਼ਨ ਗ੍ਰੈਵੀਟੇਸ਼ਨਲ ਯੂਨੀਵਰਸਲ ਲਾਅ ਕਰਕੇ ਹੈਗੇ। ਦੀ ਲੀਸਟ ਵੈਲਿਊ ਆਫ ਦੀ ਐਪਰੈਂਟ ਵੇਟ ਆਫ ਦੀ ਬੋਡੀ ਫਲੂਇਡ ਇਜ਼ ਵੀ ਫਲੂਇਡ ਮਕੈਨਿਕਸ ਚਾਹੀਦਾ। ਦੀ ਹੈਵੀ ਸਿਲੈਂਡਰੀਕਲ ਲੈਂਥ ਤੋਂ ਬਾਅਦ 52 ਦੇਖ ਸਕਦੇ ਹਾਂ ਅਸੀਂ। ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਫੋਰ ਦੀ ਆਬਜੈਕਟ ਔਨ ਔਰ ਨੀਅਰ ਦੀ ਸਰਫੇਸ ਇਜ਼ ਡਿਪੈਂਡਸ ਅਪੋਨ। ਇਹ ਆਏਗਾ ਇਹ ਵਾਲਾ ਫਸਟ ਫਾਰਮੂਲਾ। ਠੀਕ ਹੈ, 52 ਦਾ ਫਸਟ। ਇੱਦਾਂ ਅਸੀਂ ਥੋੜ੍ਹੇ 50 ਤੱਕ ਕਿਹਾ ਸੀ, ਉਹਦੇ ਵਿੱਚੋਂ ਅਸੀਂ ਆਰਕਮੀਡੀਜ਼ ਵਾਲੇ ਛੱਡੇ ਹੈਗੇ ਆ। ਤਾਂ ਬਾਕੀ ਤੁਸੀਂ ਆਪਣੀ ਪਹਿਲਾਂ ਥਿਊਰੀ ਪਾਰਟਸ ਪੱਕਾ ਕਰਕੇ ਗ੍ਰੈਵੀਟੇਸ਼ਨਲ ਦੇ ਸਾਰੇ ਕੁਐਸਚਨ ਕਰ ਸਕਦੇ ਹੋ। ਥੈਂਕ ਯੂ ਫॉर ਵਾਚਿੰਗ। ਟੀਚਰ ਓਨਲੀ ਕੈਨ ਗਾਈਡ can't make you practice, so do the practice. I will send you the PDF also. ठीक है, rest we will do in the part second. Thank you for watching the video. This was the all questions related to gravitational. Thank you for watching the